ਬੱਚੀ ਦੇਖ ਕੇ ਮੈਂ ਇਹਨੂੰ ਕਿਹਾ ਕਿ ਮੇਰੇ ਹੱਥ ਦਬਾ ਦੇ ਤੇ ਮੇਰੇ ਤੇ ਸ਼ੈਤਾਨ ਆ ਗਿਆ। ਮੈਂ ਇਹਦੇ ਨਾਲ ਇਹ ਹਰਕਤ ਕੀਤੀ ਹੈ। ਨੇ ਤੁਹਾਨੂੰ ਥੋੜੇ ਜਿਹੇ ਇਨਸੈਂਟਿਵ ਦੇ ਕੇ ਕਹਿਣਾ ਹੁੰਦਾ ਕਿ ਸਾਡੇ ਨਾਲ ਇਹ ਵੀ ਕਰ ਲਓ ਤੇ ਇਹ ਵੀ ਕਰ ਲਓ। ਹਰਾਸਮੈਂਟ ਤੋਂ ਲੈ ਕੇ ਰੇਪ ਤੱਕ ਦੇ ਮਾਮਲਾਤ ਚੱਲਦੇ ਨੇ ਜਿਹੜੇ ਰਿਪੋਰਟ ਵੀ ਨਹੀਂ ਹੁੰਦੇ। ਜਦੋਂ ਸਾਰੀ ਕੁੜੀਆਂ ਇਕੱਠੀ ਖੜੀ ਹੋਣਗੀਆਂ, ਆਪਣੀ ਡਿਗਨਿਟੀ ਤੇ ਕੰਪਰੋਮਾਈਜ਼ ਨਹੀਂ ਕਰਨਗੀਆਂ, ਨਾ ਹੀ ਇਹ ਨੌਕਰੀ ਤੋਂ ਕੱਢਣਗੇ, ਇਹਨਾਂ ਨੂੰ ਆਪਣੀ ਲਿਮਿਟਸ ਦਾ ਪਤਾ ਹੋਏਗਾ। ਬੁੱਢੇ ਵਾਰੇ ਵੀ ਇਸ਼ਕ ਪਿਆ ਕਰਦਾ ਹੈ, ਪਾਂਦਾ ਹੋਵੇਗਾ ਜਵਾਨੀ 'ਚ ਹਨੇਰ ਜ਼ਾਲਮਾ। 75 ਸਾਲਾ ਗੋਹਰ ਪਬਲਿਕ ਸਕੂਲ ਦਾ ਪ੍ਰਿੰਸੀਪਲ ਜਿਨਨੇ ਆਪਣੇ ਸਕੂਲ ਦੀ ਟੀਚਰ ਨੂੰ ਹਰਾਸਾ ਕੀਤਾ, ਇਹਦੀ ਅਸਲ ਕਹਾਣੀ ਕੀ ਹੈ? ਮੈਂ ਇਸ ਵੇਲੇ ਥਾਣਾ ਵੂਮੈਨ ਦੇ ਵਿੱਚ ਮੌਜੂਦ ਹਾਂ ਔਰ ਮੇਰੇ ਨਾਲ SHO ਥਾਣਾ ਵੂਮੈਨ ਦੀ ਹੋਣਗੇ। ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੰਜ ਇਹਨੇ ਆਪਣੇ ਸਕੂਲ ਦੀ ਟੀਚਰ ਨੂੰ ਹਰਾਸਾ ਕੀਤਾ ਔਰ ਉਹਦੇ ਨਾਲ ਕਿਹੜੀਆਂ ਹਰਕਤਾਂ ਕਰਦਾ ਰਿਹਾ। ਇਹਦੀ ਸਾਰੀ ਕਹਾਣੀ ਅੱਜ ਦੀ ਜੁਰਮ ਕਹਾਣੀ ਦੇ ਵਿੱਚ ਗੱਲ ਹੋਏਗੀ। ਸਕੂਲ ਦੇ ਪ੍ਰਿੰਸੀਪਲ ਨੇ ਟੀਚਰ ਨੂੰ ਹਰਾਸਾ ਕੀਤਾ। 75 ਸਾਲਾ ਪ੍ਰਿੰਸੀਪਲ ਜਿਨੇ ਟੀਚਰ ਨੂੰ ਹਰਾਸਾ ਕੀਤਾ, ਕਿੰਜ ਇਹਨੇ ਟੀਚਰ ਨੂੰ ਹਰਾਸਾ ਕੀਤਾ, ਇਹਦੀ ਅਸਲ ਕਹਾਣੀ ਕੀ ਹੈ? ਸਕੂਲ ਪ੍ਰਿੰਸੀਪਲ ਦੇ FIR ਵੀ ਦਰਜ ਹੋ ਗਈ। ਮੈਂ ਇਸ ਵੇਲੇ ਥਾਣਾ ਵੂਮੈਨ ਦੇ ਵਿੱਚ ਮੌਜੂਦ ਹਾਂ। ਮੇਰੇ ਨਾਲ SHO ਸਨਾ ਬਿਲਾਲ ਮੌਜੂਦ ਨੇ। ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਮੈਡਮ, ਪਹਿਲੇ ਤੇ ਬੜਾ ਅਫਸੋਸਨਾਕ ਵਾਕਿਆ ਹੈਗਾ ਵਾ ਕਿ ਪ੍ਰਿੰਸੀਪਲ ਜਿਨ੍ਹਾਂ ਕੋ ਅਸੀਂ ਆਪਣੇ ਬੱਚਿਆਂ ਨੂੰ ਤਾਲੀਮ ਲੈਣ ਵਾਸਤੇ ਭੇਜਦੇ ਹਾਂ, ਲੇਕਿਨ ਅੱਗੋਂ ਪ੍ਰਿੰਸੀਪਲ ਜਾਂ ਟੀਚਰਾਂ ਦੇ ਨਾਲ ਇੰਜ ਹੋਵੇ, ਇਹ ਤਾਂ ਬੜੀ ਅਫਸੋਸਨਾਕ ਗੱਲ ਹੈ। ਜੀ ਬਿਲਕੁਲ, ਇੱਕ ਕੇਸ ਮੇਰੇ ਕੋਲ ਰਿਪੋਰਟ ਹੋਇਆ। ਇੱਕ ਫੈਮਿਲੀ ਨੇ ਆ ਕੇ ਦੱਸਿਆ ਕਿ ਉਹਨਾਂ ਦੀ ਬੇਟੀ ਨਾਲ ਹਰਾਸਮੈਂਟ ਹੋਈ ਆ ਤੇ ਪ੍ਰਿੰਸੀਪਲ ਜਿਹੜਾ ਵਾ ਉਹਨੇ ਹਰਾਸ ਕੀਤਾ। ਸਟਾਫ ਨੇ ਫੌਰਨ ਐਪਲੀਕੇਸ਼ਨ ਲਿਖੀ, FIR ਲੌਂਚ ਹੋਈ, ਬੰਦਾ ਫੜਿਆ। ਬੰਦੇ ਨੇ ਦੱਸਿਆ ਕਿ ਮੇਰੇ ਤੇ ਸ਼ੈਤਾਨ ਆ ਗਿਆ ਸੀ। ਬੱਚੀ ਦੇਖ ਕੇ ਮੈਂ ਇਹਨੂੰ ਕਿਹਾ ਕਿ ਮੇਰੇ ਹੱਥ ਦਬਾ ਦੇ ਤੇ ਮੇਰੇ ਤੇ ਸ਼ੈਤਾਨ ਆ ਗਿਆ। ਮੈਂ ਇਹਦੇ ਨਾਲ ਇਹ ਹਰਕਤ ਕੀਤੀ ਹੈ। ਉਹਨੇ ਮੰਨਿਆ, ਉਹਨੇ ਸਾਰੇ ਦੇ ਸਾਹਮਣੇ ਮੰਨਿਆ ਕਿ ਉਹਨੇ ਹਰਕਤ ਕੀਤੀ ਹੈ। ਤੇ ਮੈਂ ਬੜਾ ਐਪਰੀਸ਼ੀਏਟ ਕਰਦੀ ਹਾਂ ਉਹਨਾਂ ਵਾਲਿਦੈਨ ਨੂੰ ਤੇ ਉਸ ਬੱਚੀ ਨੂੰ ਜਿਨ੍ਹਾਂ ਨੇ ਇਸ ਕਿਸਮ ਦੀ ਹਰਾਸਮੈਂਟ ਨੂੰ ਰਿਪੋਰਟ ਕੀਤਾ। ਵਰਕ ਪਲੇਸ ਹਰਾਸਮੈਂਟ ਇਜ਼ ਦਾ ਹਰਾਸਮੈਂਟ ਦੈਟ ਹੈਜ਼ ਨੈਵਰ ਬੀਨ ਰਿਪੋਰਟਡ ਇਨ ਪਾਕਿਸਤਾਨ। ਤੋ ਇਸ ਤਰ੍ਹਾਂ ਦੀ ਜਿਹੜੀ ਹਰਾਸਮੈਂਟ ਨੇ, ਉਹ ਇੱਜ਼ਤ ਦੇ ਮਾਰੇ ਲੋਕ ਬੱਚੀਆਂ ਨੂੰ ਜਾਂ ਤੇ ਘਰ ਬਿਠਾ ਲੈਂਦੇ ਨੇ ਜਾਂ ਤੇ ਬੱਚੀਆਂ ਖਾਮੋਸ਼ੀ ਨਾਲ ਉਹ ਸਾਰੀ ਹਰਾਸਮੈਂਟ ਬਰਦਾਸ਼ਤ ਕਰਦੀਆਂ ਰਹਿੰਦੀਆਂ ਨੇ, ਰਿਪੋਰਟ ਨਹੀਂ ਕਰਦੀਆਂ। ਆਈ ਰੀਅਲੀ ਐਪਰੀਸ਼ੀਏਟ ਦੈਟ ਕਿ ਇਸ ਬੱਚੇ ਨੇ ਕਦਮ ਉਠਾਇਆ ਹੈ, ਪੁਲਿਸ ਕੋਲ ਆਈ ਤੇ ਪੁਲਿਸ ਨੇ ਉਹਨੂੰ ਗ੍ਰਿਫਤਾਰ ਕੀਤਾ, ਉਹਨੂੰ ਕੈਫਰੇ ਕਿਦਾਰ ਤੱਕ ਪਹੁੰਚਾਇਆ। ਅੱਛਾ ਮੈਡਮ, ਕੀ ਪ੍ਰਿੰਸੀਪਲ ਇੱਕ ਕਲਾਸ ਦੇ ਵਿੱਚ ਬੈਠਾ ਜਾਂ ਆਪਣੇ ਆਫਿਸ 'ਚ ਬੈਠਾ ਹੈ, ਟੀਚਰ ਉਹਦੇ ਕੋਲ ਜਾਂਦੀ, ਕੀ ਉੱਥੋਂ ਕਹਾਣੀ ਸ਼ੁਰੂ ਹੁੰਦੀ ਹੈ ਜੇ ਟੀਚਰ ਨੇ ਤੁਹਾਨੂੰ ਦੱਸੀ ਕਿ ਮੇਰੇ ਨਾਲ ਇਹ ਵਕੂਆ ਹੋਇਆ? ਬੱਚੀ ਨੇ ਲੈਣੀ ਸੀ ਹਾਫ ਲੀਵ। ਜਦੋਂ ਉਹਨੇ ਹਾਫ ਲੀਵ ਲੈਣ ਲਈ ਆਫਿਸ ਦੇ ਵਿੱਚ ਗਈ, ਉੱਥੇ ਪ੍ਰਿੰਸੀਪਲ ਇਕੱਲਾ ਬੈਠਾ ਸੀ। ਉਹਨੇ ਕਿਹਾ ਕਿ ਮੇਰੇ ਹੱਥ ਨੂੰ ਦਰਦ ਹੋ ਰਹੀ ਹੈ, ਮੇਰਾ ਹੱਥ ਦਬਾ ਦੇ। ਬੱਚੀ ਸੀ, ਉਹਨੇ ਕਿਹਾ ਕਿ ਯਾਰ 75 ਸਾਲ ਦਾ ਬਾਬਾ ਵਾ, ਇਹਨੇ ਕੀ ਕਰਨਾ? ਮਤਲਬ ਇਟਸ ਲਾਈਕ ਹਿਸ ਗ੍ਰੈਂਡਫਾਦਰ। ਪਿਓ ਵਜਾ ਨਹੀਂ, ਦਾਦਾ ਵਜਾ ਕਹੋ। ਬਿਲਕੁਲ ਦਾਦਾ ਵਜਾ ਬੰਦਾ ਬੈਠਾ ਵਾ ਤੇ ਉਹਨੇ ਕੀ ਕਹਿਣਾ? ਉਹਨੇ ਹੱਥ ਦਬਾ ਦਿੱਤਾ। ਉਹਦੇ ਇਸ ਤਰ੍ਹਾਂ ਨਾਲ ਜਜ਼ਬਾਤ ਜਾਗਣ ਨਾਲ ਕੋਈ ਸ਼ੈਤਾਨ ਆਇਆ ਉਹਦੇ ਤੇ ਉਹਨੇ ਉਹਨੂੰ ਖਿੱਚਿਆ ਤੇ ਉਹਨੂੰ ਮੋਲੈਸਟ ਕਰਨ ਦੀ ਕੋਸ਼ਿਸ਼ ਕੀਤੀ। ਬੱਚੀ ਨੇ ਬਹਾਦਰੀ ਦਾ ਕੰਮ ਕੀਤਾ, ਉਸ ਆਪਣੇ ਇੰਸਟਿੰਕਟ ਨੂੰ ਫੋਲੋ ਕੀਤਾ। ਉਹਨੂੰ ਫੌਰਨ ਧੱਕਾ ਦੇ ਕੇ ਉਸ ਜਗ੍ਹਾ ਨੂੰ ਜਿੱਥੇ ਉਹ ਆਪਣਾ ਦਿਫਾ ਨਹੀਂ ਸੀ ਕਰ ਸਕਦੀ, ਉਹਨੇ ਉਸ ਪਲੇਸ ਨੂੰ ਛੋੜਿਆ ਤੇ ਆਪਣੇ ਮਾਪਿਆਂ ਨੂੰ ਰਿਪੋਰਟ ਕੀਤਾ। ਅੱਛਾ, ਮਾਪਿਆਂ ਨੂੰ ਰਿਪੋਰਟ ਕੀਤਾ, ਵੈਸੇ ਬੜੀ ਅੱਛੀ ਗੱਲ ਨਹੀਂ ਤੇ ਬਹੁਤ ਜ਼ਿਆਦਾ ਕੁੜੀਆਂ ਜਿਹੜੀਆਂ ਗੱਲ ਛੁਪਾ ਜਾਂਦੀਆਂ ਨੇ, ਦੱਸਦੀਆਂ ਨਹੀਂ ਕਿਸੇ ਨੂੰ। ਅੱਛਾ ਜੀ, ਉਸ ਤੋਂ ਬਾਅਦ ਫਿਰ ਐਪਲੀਕੇਸ਼ਨ ਤੁਹਾਡੇ ਕੋਲ ਆਈ, ਤੁਸੀਂ ਮੁਲਜ਼ਮ ਤੱਕ ਕਿੰਜ ਪਹੁੰਚੇ? ਮੁਲਜ਼ਮ ਜੋ ਕਿ ਸਕੂਲ ਦੇ ਪ੍ਰਿੰਸੀਪਲ ਸੀ, ਉਹਨੇ ਕਿਹਨੇ ਜਾਣਾ ਸੀ? ਮਤਲਬ ਉਹ ਨਸਿਆ ਨਹੀਂ? ਨਹੀਂ, ਉਹਨੂੰ ਸੀ ਕਿ ਇਹ ਕਿਹੜਾ ਰਿਪੋਰਟ ਹੋਣਾ। ਇਟ ਮੀਨਸ ਕਿ ਉਹ ਪਹਿਲੇ ਵੀ ਇਸ ਤਰ੍ਹਾਂ ਦੀ ਚੀਜ਼ਾਂ ਕਰਦਾ ਰਿਹਾ ਜਿਹੜੀ ਰਿਪੋਰਟ ਨਹੀਂ ਹੋਈਆਂ ਹੁਣ ਤੱਕ। ਇਹ ਬੱਚੀ ਨੇ ਹਿੰਮਤ ਕੀਤੀ ਜਿਹਨੇ ਰਿਪੋਰਟ ਕਰਾ ਦਿੱਤਾ। ਅੱਛਾ, ਇਸ ਤੋਂ ਪਹਿਲੇ ਵੀ ਤੁਸੀਂ ਅਗਰ ਇੰਟਰੋਗੇਟ ਕੀਤੀ ਕੋਈ, ਇਹਦੇ ਤੋਂ ਪਹਿਲੇ ਵੀ ਕਿਸੇ ਟੀਚਰ ਨਾਲ ਇਹਨਾਂ ਦੀ ਹਰਕਤਾਂ ਕਰਦਾ ਰਿਹਾ ਜਾਂ ਇਹ ਪਹਿਲਾ ਹੀ ਵਕੂਆ ਸੀ? ਬੱਚੀਆਂ ਚੋਂ ਕਿ ਪ੍ਰੋਬ ਕਰਨ ਦੀ ਅਸੀਂ ਐਜ਼ ਅ ਪੁਲਿਸ ਆਫੀਸਰ ਕੋਸ਼ਿਸ਼ ਕੀਤੀ ਆ, ਸਾਡੇ ਸਟਾਫ ਨੇ ਵੀ ਕੋਸ਼ਿਸ਼ ਕੀਤੀ ਆ, ਬੱਚੀਆਂ ਸਾਹਮਣੇ ਨਹੀਂ ਆਈਆਂ। ਲੇਕਿਨ ਬਾਬੇ ਦਾ ਇਹ ਬਿਹੇਵੀਅਰ ਕਿ ਉਹਨੂੰ ਬੱਚੀ ਨੂੰ ਹੈਰਾਸ ਕਰਕੇ ਹੀ ਵਾਸ ਲਾਈਕ ਸਿਟਿੰਗ ਵੈਰੀ ਪੀਸਫੁਲੀ ਇਨ ਹਿਸ ਆਫਿਸ। ਦੈਟ ਮੀਨਸ ਕਿ ਉਹ ਬੰਦਾ ਬੜਾ ਕੌਨਫੀਡੈਂਟ ਸੀ ਕਿ ਕੇਸ ਰਿਪੋਰਟ ਨਹੀਂ ਹੋਣਾ। ਸਾਡੀ ਇਨਵੈਸਟੀਗੇਸ਼ਨ ਸਕਿੱਲਸ ਕਹਿੰਦੀਆਂ ਨੇ ਕਿ ਉਹ ਪਹਿਲੇ ਵੀ ਕਰਦਾ ਰਿਹਾ। ਅੱਛਾ, ਇਹੋ ਜਿਹੇ ਮਤਲਬ ਬਹੁਤ ਜ਼ਿਆਦਾ ਹੋਰ ਵੀ ਸਕੂਲ ਹੋਣਗੇ ਕਿ ਚਲੋ ਇਹ ਜ਼ਾਹਰ ਸਾਹਮਣੇ ਹੋ ਗਿਆ। ਪ੍ਰਾਈਵੇਟ ਸਕੂਲਾਂ ਦੇ ਵਿੱਚ ਟੀਚਰਾਂ ਦੀ ਤਨਖਾਹ ਬਹੁਤ ਥੋੜੀ ਹੁੰਦੀ ਆ, 5000 7000 10000 ਜ਼ਿਆਦਾ ਹੁੰਦੀ ਆ। ਮਾਸੂਮ ਬੱਚੀਆਂ, ਗਰੀਬ ਲੋਕਾਂ ਦੀਆਂ ਬੱਚੀਆਂ ਨਾਲ ਟੀਚਰ ਚੱਲ ਜਾਂਦੇ ਸਕੂਲਾਂ ਦੇ ਵਿੱਚ, ਉੱਥੇ ਜਾ ਕੇ ਅਕਸਰ ਟੀਚਰਾਂ ਨਾਲ ਨਹੀਂ ਹੁੰਦਾ। ਟੀਚਰਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ? ਟੀਚਰਸ ਵਾਸਤੇ, ਉਹਨਾਂ ਬੱਚਿਆਂ ਲਈ ਜਿਹੜੀ ਗਰੀਬ ਨੇ, ਉਹਨਾਂ ਦੀ ਮਜਬੂਰੀ ਹੈ ਜੌਬ ਕਰਨੀ,
ਉਹਨਾਂ ਨੂੰ ਆਪਣੀ ਇੰਟੈਗ੍ਰਿਟੀ, ਆਪਣੀ ਡਿਗਨਿਟੀ ਤੇ ਕਦੇ ਵੀ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ। ਜਦੋਂ ਕੰਪਰੋਮਾਈਜ਼ ਕਰਦੇ ਆ ਨਾ, ਉਦੋਂ ਉਹਨਾਂ ਨੂੰ ਮੌਕਾ ਮਿਲਦਾ। ਉਹਨਾਂ ਨੇ ਤੁਹਾਨੂੰ ਥੋੜੇ ਜਿਹੇ ਇਨਸੈਂਟਿਵ ਦੇ ਕੇ ਕਹਿਣਾ ਹੁੰਦਾ ਕਿ ਸਾਡੇ ਨਾਲ ਇਹ ਵੀ ਕਰ ਲਓ ਤੇ ਇਹ ਵੀ ਕਰ ਲਓ। ਹਰਾਸਮੈਂਟ ਤੋਂ ਲੈ ਕੇ ਰੇਪ ਤੱਕ ਦੇ ਮਾਮਲਾ ਚੱਲਦੇ ਨੇ ਜਿਹੜੇ ਰਿਪੋਰਟ ਵੀ ਨਹੀਂ ਹੁੰਦੇ। ਇਸ ਦੇ ਵਿੱਚ ਮੈਂ ਬੱਚਿਆਂ ਨੂੰ ਇਹ ਪੈਗਾਮ ਦੇਣਾ ਚਾਹੁੰਦੀ ਹਾਂ ਕਿ ਆਪਣੀ ਡਿਗਨਿਟੀ ਤੇ ਨੈਵਰ ਐਵਰ ਕੰਪਰੋਮਾਈਜ਼ ਔਨ देयर ਡਿਗਨਿਟੀਜ਼। ਜਦੋਂ ਸਾਰੀ ਕੁੜੀਆਂ ਇਕੱਠੀ ਖੜੀ ਹੋਣਗੀਆਂ, ਆਪਣੀ ਡਿਗਨਿਟੀ ਤੇ ਕੰਪਰੋਮਾਈਜ਼ ਨਹੀਂ ਕਰਨਗੀਆਂ, ਨਾ ਹੀ ਇਹ ਨੌਕਰੀ ਤੋਂ ਕੱਟਣਗੇ, ਇਹਨਾਂ ਨੂੰ ਆਪਣੀ ਲਿਮਿਟਸ ਦਾ ਪਤਾ ਹੋਏਗਾ। ਬਿਲਕੁਲ। ਅੱਛਾ ਮੈਡਮ, ਜ਼ਰਾ ਇਹ ਦੱਸਿਓ ਕਿ ਹੁਣ ਜਿਹੜਾ ਇਹ 75 ਸਾਲਾਂ ਨੇ ਮੂੰਹ ਦੱਸਿਆ ਕਿ ਮੇਰੀ 75 ਸਾਲ ਉਮਰ ਹੈਗੀ ਆ, ਜਦੋਂ ਤੁਸੀਂ ਉਹਨੂੰ ਫੜਿਆ ਉਹਨੇ ਉਦੋਂ ਕੋਈ ਰਿਐਕਸ਼ਨ ਨਹੀਂ ਦਿਖਾਇਆ ਤੁਹਾਨੂੰ ਕਿ ਮੇਰੇ ਨਾਲ ਕੀ ਹੋ ਗਿਆ, ਕੋਈ ਨਹੀਂ ਦੀ ਕੋਈ ਗੱਲਬਾਤ ਨਹੀਂ ਕੀਤੀ? ਉਹਨੇ ਕਿਹਾ ਕਿ ਗਲਤੀ ਹੋ ਗਈ ਹੈ ਮੇਰੇ ਕੋਲ, ਮੇਰੇ ਤੇ ਸ਼ੈਤਾਨ ਆ ਗਿਆ ਸੀ, ਮੈਡਮ ਜੀ ਮੈਨੂੰ ਜ਼ਹਿਰ ਦੀ ਗੋਲੀ ਦੇ ਦਿਓ, ਮੈਂ ਮਰਨਾ ਵਾ। ਮੈਂ ਉਹਨੂੰ ਕਿਹਾ ਕਿ ਪਹਿਲੇ ਮਰ ਜਾਣਾ ਸੀ, ਸ਼ੈਤਾਨ ਬਣਨ ਤੋਂ ਪਹਿਲੇ ਮਰਨਾ ਸੀ। ਸਾਰੀ ਗੱਲ ਧੀਆਂ ਭੈਣਾਂ ਉਹਦੀਆਂ ਆਪਣੀਆਂ ਵੀ ਧੀਆਂ ਬੱਚੀਆਂ, ਛੋਟੇ ਬੱਚੇ ਅੱਗੇ ਵੀ ਹੋਣੇ, ਬੱਚੇ ਉਹਨਾਂ ਦੇ ਹੋਣੇ, ਲੇਕਿਨ ਉਹਨੇ ਆਪਣੀ ਧੀਆਂ ਬਚਾ ਵੀ ਨਹੀਂ, ਮਤਲਬ ਕੀ ਹਰਕਤ ਉਹਦੇ ਨਾਲ ਕਰ। ਉਹਦੀ ਪੋਤੀ 16-17 ਸਾਲ ਦੀ ਹੈ। ਹੁਣ ਤੇ ਬਹੁਤ ਹੁਣ ਸ਼ਰਮਿੰਦਾ ਤੇ ਬਹੁਤ ਹੋਣਾ ਵਾ। ਬਹੁਤ ਸ਼ਰਮਿੰਦਾ ਸੀ, ਕਹਿੰਦਾ ਸੀ ਕਿ ਮੈਨੂੰ ਮੌਤ ਆ ਜਾਵੇ, ਬਹੁਤ ਸ਼ਰਮਿੰਦਾ ਸੀ। ਠੀਕ ਹੈ। ਅੱਛਾ ਮੈਡਮ, ਹੁਣ ਇਹਨਾਂ ਨੂੰ ਕੀ ਸਜ਼ਾ ਹੋਣੀ, ਕਿਸ ਤਰ੍ਹਾਂ ਦੀ ਸਜ਼ਾ ਇਹਨਾਂ ਨੂੰ ਹੋਏਗੀ ਤਾਂ ਕਿ ਦੁਬਾਰਾ ਤੋਂ ਕੋਈ ਵੀ ਬੰਦਾ ਇਸ ਤਰ੍ਹਾਂ ਦੀ ਹਰਕਤ ਕਰਨ ਤੋਂ ਪਹਿਲੇ ਸੋਚੇਗਾ? 354-509 ਦੇ ਵਿੱਚ ਪਰਚਾ ਦਿੱਤਾ ਗਿਆ। ਮੋਲੈਸਟੇਸ਼ਨ ਔਰਤ ਦੀ ਇਸਮਤ ਦਰੀ ਦੇ ਵਿੱਚ ਖਲਲ ਪਾਉਣ ਦਾ ਪਰਚਾ ਦਿੱਤਾ ਗਿਆ। ਇਹਨਾਂ ਤੇ 3 ਸਾਲ ਦੀ ਸਜ਼ਾ ਵਾ। ਇਸ ਬੰਦੇ ਲਈ ਇੰਨਾ ਹੀ ਕਾਫੀ ਹੈ ਕਿ ਇਹਦਾ ਜਿਹੜਾ ਇਸ ਕਾਰੋਬਾਰ ਚਲਾਇਆ, ਕਾਰੋਬਾਰ ਦੇ ਪਿੱਛੇ ਬੱਚਿਆਂ ਨੂੰ ਹਰਾਸ ਕਰਦਾ ਸੀ, ਇਹਦਾ ਕਾਰੋਬਾਰ ਠੱਪ ਹੋਣਾ ਚਾਹੀਦਾ ਪਹਿਲੇ। ਸਾਰੇ ਇਲਾਕੇ ਨੂੰ, ਸਾਰੇ ਨਿੱਜੀ ਸਕੂਲਸ ਨੂੰ, ਸਰਕਾਰੀ ਸਕੂਲਸ ਦੇ ਟੀਚਰਸ ਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ, ਪੈਗਾਮ ਜਾਣਾ ਚਾਹੀਦਾ ਕਿ ਕਿਸੇ ਬੱਚੀ ਨੂੰ ਹਰਾਸ ਨਹੀਂ ਕਰਨਾ। ਉਹ ਬੱਚੀਆਂ ਮਜਬੂਰ ਨੇ, ਉਹ ਗਰੀਬ ਨੇ, ਉਹਨਾਂ ਦੀ ਗੁਰਬਤ ਤੇ ਮਜਬੂਰੀ ਦਾ ਫਾਇਦਾ ਨਾ ਉਠਾਉਣ। ਅੱਛਾ ਮੈਡਮ, ਆਖਰੀ ਗੱਲ ਦੱਸ ਦਿਓ ਕਿ ਬਹੁਤ ਜ਼ਿਆਦਾ ਕੁੜੀਆਂ ਇਹੋ ਜਿਹੀਆਂ ਜਿਹੜੀਆਂ ਹਾਲੇ ਵੀ ਬਲੈਕਮੇਲ ਹੁੰਦੀਆਂ ਮੁੰਡਿਆਂ ਦੇ ਹੱਥੋਂ, ਜਾਂ ਬਹੁਤ ਮਤਲਬ ਇਸ ਤਰ੍ਹਾਂ ਸੌ ਤਸਵੀਰਾਂ ਵਾਇਰਲ ਹੋ ਜਾਂਦੀਆਂ ਉਹਨਾਂ ਦੇ ਹਵਾਲੇ ਦੱਸ ਦਿਓ ਕਿ ਉਹ ਆਪ ਸਾਹਮਣੇ ਵੀ ਨਹੀਂ ਆਉਣਾ ਚਾਹੁੰਦੀਆਂ, ਲੇਕਿਨ ਤੁਹਾਡੇ ਨਾਲ ਰਾਬਤਾ ਵੀ ਕਰਨਾ ਚਾਹੁੰਦੀਆਂ। ਕੋਈ ਇਹੋ ਜਿਹਾ ਨੰਬਰ ਦੱਸੋ, ਕੋਈ ਇਹੋ ਜਿਹਾ ਤਰੀਕਾ ਦੱਸੋ ਤਾਂ ਕਿ ਤੁਹਾਡੇ ਤੱਕ ਪਹੁੰਚ ਸਕਣ, ਉਹ ਮੰਜ਼ਰੇ ਆਮ ਤੇ ਵੀ ਨਾ ਆਉਣ। ਸੇਫ ਸਿਟੀ ਵਰਚੁਅਲ ਵੂਮਨ ਪੁਲਿਸ ਸਟੇਸ਼ਨ ਇਜ਼ ਦ ਫੋਰਮ, ਜਿੱਥੇ ਇਹ ਸਾਰੀ ਕੁੜੀਆਂ ਰਿਪੋਰਟ ਕਰ ਸਕਦੀਆਂ ਨੇ। ਇਦਾਂ ਦੀ ਐਪਲੀਕੇਸ਼ਨਾਂ ਸਾਨੂੰ ਰਿਸੀਵ ਹੋ ਰਹੀਆਂ ਨੇ। ਇੱਕ ਰਜ਼ਾਬਾਦ ਦਾ ਕੇਸ ਸੀ, ਆਈ ਵਾਂਟ ਮੈਂਸ਼ਨ ਦ ਨੇਮ ਆਫ ਵਿਕਟਮ। ਉਸ ਬੱਚੀ ਨੇ ਰਿਪੋਰਟ ਕੀਤਾ ਕੇਸ ਕਿ ਮੇਰੇ ਨਾਲ ਹਰਾਸਮੈਂਟ ਹੋ ਰਹੀ ਹੈ, ਮੇਰਾ ਪ੍ਰੀਵੀਅਸ ਉਹਦੇ ਨਾਲ ਰਿਲੇਸ਼ਨ ਸੀ, ਹੁਣ ਉਹ ਮੈਨੂੰ ਤਸਵੀਰਾਂ ਤੇ ਮੇਰੇ ਘਰ ਦੇ ਆਲੇ ਦੁਆਲੇ ਚੱਕਰ ਲਾਉਂਦਾ, ਮੈਨੂੰ ਬਲੈਕਮੇਲ ਕਰਨ ਲਈ, ਮੇਰੀ ਸ਼ਾਦੀ ਹੋ ਰਹੀ ਹੈ, ਮੈਡਮ ਕੁਝ ਕਰੋ। ਅਸੀਂ ਪ੍ਰੋਬ ਕੀਤਾ ਉਸ ਲੜਕੇ ਨੂੰ, ਉਸ ਲੜਕੇ ਦਾ ਨੰਬਰ ਨਿਕਲਵਾ ਕੇ ਉਹਨੂੰ ਟਰੇਸ ਕਰਕੇ ਉਹਨੂੰ ਫੜਿਆ, ਜੋ ਕਿ ਕੋਈ ਮੁਦੱਈਅਤ ਨਹੀਂ ਸੀ, ਕੋਈ ਮਾਮਲਾ ਐਸੇ ਨਹੀਂ ਸੀ। ਬੱਚੀ ਦੀ ਇੱਜ਼ਤ ਤੇ ਵੀ ਗੱਲ ਨਹੀਂ ਸੀ ਆਣ ਦੇਣੀ। ਅਗਰ ਅਸੀਂ ਮੁਦੱਈਅਤ ਤੇ ਆਪਣੀ ਦੇ ਵਿੱਚ ਵੀ FIR ਦੇ ਸਕਦੇ ਸੀ, ਲੇਕਿਨ ਅਸੀਂ ਕੰਟਰੋਲ ਕੀਤਾ ਕਿ ਅਲਟੀਮੇਟਲੀ ਉਸ ਬੰਦੇ ਨੇ ਮੇਰੀ ਮੁਦੱਈਅਤ ਹੋਣ ਦੇ ਬਾਵਜੂਦ ਵੀ ਉਸ ਬੱਚੀ ਨੂੰ ਪਿੱਛੋਂ ਫੋਲੋ ਕਰਨਾ ਕਿ ਮੇਰਾ ਕੇਸ ਛੁਡਾ ਦੇ। ਇਸ ਲਈ ਅਸੀਂ ਮੁੱਦਾ ਖਤਮ ਕੀਤਾ ਕਿ ਮੋਬਾਈਲ ਫੋਨ ਜਿਹੜਾ ਸੀ, ਜਿਹਦੇ ਵਿੱਚ ਉਹਦੀ ਫੋਟੋਜ਼ ਸੀ, ਵੀਡੀਓਜ਼ ਸੀ, ਸੋਸ਼ਲ ਮੀਡੀਆ ਤੇ ਸੀ, ਸਾਰੇ ਡਿਲੀਟ ਕਰਵਾਏ। ਉਹਨੂੰ ਪੂਰਾ ਤਹਫੁਜ਼ ਫਰਾਹਮ ਕੀਤਾ, ਉਹਦੇ ਮੋਬਾਈਲ ਨੂੰ ਰੀਸੈਟ ਮਾਰਿਆ ਤੇ ਮੋਬਾਈਲ ਉਹਨੂੰ ਤਦ ਵਾਪਸ ਕੀਤਾ, ਉਹ ਵੀ ਕੁੜੀ ਦੀ ਇਜਾਜ਼ਤ ਨਾਲ। ਬਹੁਤ ਸ਼ੁਕਰੀਆ ਮੈਡਮ। ਲੋ ਤੁਸੀਂ ਵੇਖਿਆ ਕਿ ਫੈਸਲਾਬਾਦ ਜਿਹੜੀ ਪੁਲਿਸ ਹੈ ਹੁਣ ਬੜੀ ਮੁਤਹਰਕ ਆ। ਹੁਣ ਕਿਸੇ ਨੂੰ ਨਾ ਤਾਂ ਤੁਸੀਂ ਬਲੈਕਮੇਲ ਕਰ ਸਕਦੇ ਜੇ, ਨਾ ਹੀ ਕਿਸੇ ਟੀਚਰ ਨੂੰ, ਕਿਸੇ ਨੂੰ ਵੀ ਤੁਸੀਂ ਹਰਾਸਾ ਕਰ ਸਕਦੇ। ਜਿੰਜ 75 ਸਾਲਾ ਪ੍ਰਿੰਸੀਪਲ ਸੀਗਾ, ਆਪਣੇ ਹੀ ਸਕੂਲ ਦੀ ਆਪਣੀ ਟੀਚਰ ਜਿਹੜੀ ਸੀਗੀ ਉਹਨੂੰ ਬੁਲਾ ਕੇ ਉਹਨੂੰ ਹਰਾਸਾ ਕੀਤਾ। ਉਸ ਤੋਂ ਬਾਅਦ ਟੀਚਰ ਨੇ ਹਿੰਮਤ ਕੀਤੀ, ਬਹਾਦਰੀ ਕੀਤੀ, ਪੁਲਿਸ ਤੱਕ ਪਹੁੰਚੀ ਤਾਂ ਕਿ ਇਹੋ ਜਿਹੇ ਜਿਹੜੇ ਦਰਿੰਦਾ ਸਿਫਤ ਇਨਸਾਨ ਆ ਮੰਜ਼ਰੇ ਆਮ ਤੇ ਕਰਾਉਣੇ ਚਾਹੀਦੇ। ਇਹ ਤੇ ਪਹਿਲੀ ਟੀਚਰ ਸੀ ਜਿਹਨੇ ਦੱਸਤਾ। ਇਸ ਤੋਂ ਪਹਿਲੇ ਹੋਰ ਕਿੰਨੀਆਂ ਟੀਚਰਾਂ ਨਾਲ ਇਸ ਤਰ੍ਹਾਂ ਦੇ ਵਾਕਿਆਤ ਹੋ ਚੁੱਕੇ ਹੋਣੇ ਆ। ਤੁਹਾਡੇ ਨਾਲ ਅਗਰ ਕਿਸੇ ਵੀ ਕੁੜੀ ਦੇ ਨਾਲ ਕੋਈ ਵੀ ਤੁਹਾਨੂੰ ਹਰਾਸਾ ਕਰਦਾ, ਬਲੈਕਮੇਲ ਕਰਦਾ, ਕੋਈ ਵੀ ਤੁਹਾਡੇ ਨਾਲ ਹੁੰਦਾ, ਤੁਸੀਂ ਫੌਰੀ ਪੁਲਿਸ ਨਾਲ ਰਾਬਤਾ ਕਰੋ ਤਾਂ ਕਿ ਤੁਹਾਡੀ ਜਾਨ ਬਖਸ਼ੀ ਹੋਵੇ। ਤੁਹਾਨੂੰ ਕੋਈ ਬਲੈਕਮੇਲ ਨਹੀਂ ਕਰਦਾ, ਕਿਉਂਕਿ ਹੁਣ ਫੈਸਲਾਬਾਦ ਦੀ ਪੁਲਿਸ ਨਾ ਬਹੁਤ ਮੁਤਹਰਕ ਆ। ਜਿਵੇਂ SHO ਥਾਣਾ ਵੂਮੈਨ 'ਚ ਲੱਗੀ ਸਨਾ ਬਿਲਾਲ, ਇਹ ਬੜੀ ਮੁਤਹਰਕ ਆ। ਕੋਈ ਵੀ ਕੇਸ ਹੋਵੇ ਫੌਰੀ ਉਹਨੂੰ ਖਤਮ ਕਰਦੇ ਆ। ਤੇ ਤੁਸੀਂ ਜਿੰਨੀ ਜਲਦੀ ਹੋਊਗਾ ਪੁਲਿਸ ਨਾਲ ਰਾਬਤਾ ਕਰਨਾ, ਆਪਣਾ ਜਿਹੜਾ ਕੇਸ ਉਹਨਾਂ ਨੂੰ ਦੱਸੋ।